प्यारे विद्यार्थियों, मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਵਾਰਤਕ ਰਿਸ਼ਮਾ ਜੋ ਸਾਡੀ ਦੂਸਰੀ ਪਾਠ ਪੁਸਤਕ ਹੈ ਉਸ ਦਾ ਇੱਕ ਪਾਠ ਕਰਨ ਜਾ ਰਹੇ ਹਾਂ, ਹੱਸਣਾ ਤੇ ਕੂਕਣਾ। ਤੁਹਾਡੀ ਜਾਣਕਾਰੀ ਲਈ ਦੁਬਾਰਾ ਦੱਸਣਾ ਚਾਹਾਂਗੀ ਕਿ ਜਮਾਤ 11ਵੀਂ ਦੇ ਵਿੱਚ ਸਾਡੀਆਂ 3 ਪਾਠ ਪੁਸਤਕਾਂ ਹਨ। ਪਹਿਲੀ ਕਾਵਰੰਗ, ਜਿਸ ਦੀਆਂ ਅਸੀਂ 2 ਕਵਿਤਾਵਾਂ ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਅਤੇ ਇੱਕ ਆਧੁਨਿਕ ਕਵੀ ਬਚਨ ਬੇਦਲ ਕੀਤਾ ਸੀ। ਔਰ ਦੂਸਰੀ ਪੁਸਤਕ ਹੈ ਵਾਰਤਕ ਰਿਸ਼ਮਾ ਅਤੇ ਤੀਸਰੀ ਦੀ ਪੁਸਤਕ ਹੈ ਨਾਟਕ ਰਿਸ਼ਤੇ, ਜੋ ਕਿ ਅਸੀਂ ਬਾਅਦ ਵਿੱਚ ਕਰਾਂਗੇ। ਅਤੇ ਸ਼ੁਰੂ ਕਰਦੇ ਹਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਲਿਖਿਆ ਹੋਇਆ ਲੇਖ ਹੱਸਣਾ ਅਤੇ ਕੂਕਣਾ। ਇਸ ਲੇਖ ਦੇ ਵਿੱਚ ਸਾਨੂੰ ਲੇਖਕ ਨੇ ਹੱਸਣ ਅਤੇ ਕੂਕਣ ਦੀ ਜਾਣਕਾਰੀ ਦਿੱਤੀ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਸਨ ਜੋ ਖੁੱਲ੍ਹੇ ਸੁਭਾਅ ਦੇ ਹੁੰਦੇ ਸਨ ਅਤੇ ਉੱਚੀ ਉੱਚੀ ਹੱਸਦੇ ਸਨ ਅਤੇ ਕੂਕਦੇ ਸਨ, ਅਤੇ ਇਸ ਨੂੰ ਹੀ ਚੰਗੀ ਸਿਹਤ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ। ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਅਸੀਂ ਪੜ੍ਹ ਲਿਖ ਗਏ ਅਤੇ ਇਹ ਜੋ ਹੈ ਆਪਣੇ ਸਿਹਤਮੰਦ ਹੋਣ ਦੀਆਂ ਨਿਸ਼ਾਨੀਆਂ ਵੀ ਬਦਲਦੀਆਂ ਗਈਆਂ ਅਤੇ ਲੋਕਾਂ ਨੇ ਉੱਚੀ ਉੱਚੀ ਹੱਸਣ ਦੀ ਥਾਂ ਹੌਲੀ ਹੌਲੀ ਮੁਸਕਰਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉੱਚੇ ਹਾਸੇ ਨੂੰ ਗੁਆਰਪੁਣੇ ਦੀ ਨਿਸ਼ਾਨੀ ਮੰਨਿਆ ਜਾਣ ਲੱਗ ਪਿਆ ਹੈ। ਅੱਜ ਕੱਲ੍ਹ ਕੀ ਹੈ ਕਿ ਲੋਕ ਹੌਲੀ ਹੌਲੀ ਮੁਸਕਰਾਉਣਾ ਜੋ ਹੈ ਉਸ ਨੂੰ ਚੰਗਾ ਸਮਝਦੇ ਹਨ, ਅਤੇ ਜੋ ਲੋਕ ਉੱਚੀ ਹੱਸਦੇ ਹਨ ਉਹਨਾਂ ਨੂੰ ਗਵਾਰ ਕਿਹਾ ਜਾਂਦਾ ਹੈ। ਅਤੇ ਇਸ ਕਰਕੇ ਅੱਜ ਕੱਲ੍ਹ ਦੇ ਜੋ ਲੋਕ ਹਨ ਉਹ ਜ਼ਿਆਦਾਤਰ ਬਿਮਾਰੀਆਂ ਦਾ ਸ਼ਿਕਾਰ ਵੀ ਰਹਿੰਦੇ ਹਨ, ਮੈਂਟਲੀ ਪਰੇਸ਼ਾਨ ਰਹਿੰਦੇ ਹਨ, ਦਿਮਾਗੀ ਤੌਰ 'ਤੇ ਉਹ ਪਰੇਸ਼ਾਨ ਰਹਿੰਦੇ ਹਨ, ਕਿਉਂਕਿ ਉਹ ਕਦੇ ਵੀ ਆਪਣੀ ਖੁਸ਼ੀ ਜੋ ਹੈ ਜ਼ਾਹਿਰ ਨਹੀਂ ਕਰਦੇ। ਇਸ ਤਰ੍ਹਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਇਸ ਪਾਠ ਰਾਹੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਅਤੇ ਸ਼ੁਰੂ ਕਰਦੇ ਹਾਂ ਪਾਠ ਦਾ ਸਾਰ। ਕਹਿੰਦਾ, ਜਿਉਂ-ਜਿਉਂ ਨਵੀਂ ਤਹਿਜ਼ੀਬ ਵੱਧ ਰਹੀ ਹੈ, ਖੁਸ਼ੀ ਦੇ ਪੁਰਾਣੇ ਢੰਗ ਬਦਲ ਰਹੇ। ਦਿਲ ਦੀ ਖੁਸ਼ੀ ਮੂੰਹ ਨਾਲ ਜ਼ਾਹਰ ਕਰਨ ਦੇ ਬਹੁਤ ਸਾਦੇ ਤਰੀਕੇ 2 ਹੀ ਹੁੰਦੇ ਸਨ, ਖਿੜਖੜਾ ਕੇ ਹੱਸਣਾ ਅਤੇ ਦੂਜਾ ਉੱਚਾ ਉੱਚਾ ਕੂਕਣਾ। ਪਰ ਨਵੀਂ ਰੌਸ਼ਨੀ ਵਾਲੇ ਲੋਕ ਇਹਨਾਂ ਦੋਹਾਂ ਤੋਂ ਕੰਨੀ ਕਤਰਾਉਂਦੇ ਹਨ। ਕੀ ਕਹਿ ਰਹੇ ਪ੍ਰਿੰਸੀਪਲ ਤੇਜਾ ਸਿੰਘ ਜੀ ਕਿ ਜਿਸ ਤਰ੍ਹਾਂ ਤਹਿਜ਼ੀਬ ਵੱਧ ਰਹੀ ਹੈ, ਮਤਲਬ ਜਿਸ ਤਰ੍ਹਾਂ ਅਸੀਂ ਪੜ੍ਹ ਲਿਖ ਜਾ ਰਹੇ ਹਾਂ, ਤਰੱਕੀ ਕਰਦੇ ਜਾ ਰਹੇ ਹਾਂ, ਤਾਂ ਸਾਡੀ ਖੁਸ਼ੀ ਨੂੰ ਜਿਹੜੇ ਖੁਸ਼ੀ ਜ਼ਾਹਿਰ ਕਰਨ ਦੇ ਢੰਗ ਹਨ ਉਹ ਬਦਲਦੇ ਜਾ ਰਹੇ ਹਨ। ਨੇ ਪੁਰਾਣੇ ਸਮਿਆਂ ਦੇ ਵਿੱਚ ਜੋ ਖੁਸ਼ੀ ਜ਼ਾਹਿਰ ਕਰਨ ਦੇ 2 ਹੀ ਤਰੀਕੇ ਹੁੰਦੇ ਸਨ। ਇੱਕ ਲੋਕ ਜੋ ਸਨ ਖਿੜਖੜਾ ਕੇ ਹੱਸਦੇ ਸਨ ਅਤੇ ਦੂਸਰਾ ਉੱਚੀ ਉੱਚੀ ਕੂਕਦੇ ਸਨ। ਪਰ ਅੱਜ ਕੱਲ੍ਹ ਜੋ ਹੈ ਇਹਨਾਂ ਦੋਨਾਂ ਚੀਜ਼ਾਂ ਤੋਂ ਹੀ ਗੁਰੇਜ਼ ਕੀਤਾ ਜਾਂਦਾ ਹੈ, ਲੋਕ ਇਹਨਾਂ ਤੋਂ ਕੰਨੀ ਕਤਰਾਉਂਦੇ ਹਨ। ਜਦ ਦਿਲ ਵਿੱਚ ਖੁਸ਼ੀ ਦੀ ਤਰੰਗ ਆਈ ਤਾਂ ਸਿੱਧੇ ਸਾਦੇ ਲੋਕ ਜ਼ੋਰ ਨਾਲ ਬਾਛਾਂ ਖੋਲ੍ਹ ਕੇ ਖਹਿ ਖਹਿ ਕੇ ਹੱਸਦੇ ਸਨ, ਜਿਹਦੇ ਨਾਲ ਫੇਫੜਿਆਂ ਦੀ ਖੂਬ ਕਸਰਤ ਹੁੰਦੀ ਸੀ। ਸਗੋਂ ਸਾਰਾ ਜੁੱਸਾ ਹਿੱਲ ਜਾਂਦਾ ਸੀ, ਮੂੰਹ ਉੱਤੇ ਤਰੇਲੀ ਆ ਜਾਂਦੀ ਸੀ, ਵੇਖਣ ਅਤੇ ਸੁਣਨ ਵਾਲੇ ਦੀ ਵੀ ਤਬੀਅਤ ਸਾਫ਼ ਹੋ ਜਾਂਦੀ ਸੀ ਅਤੇ ਖੜੋਤੇ ਮਨ ਵਿੱਚ ਇੱਕ ਲਹਿਰ ਜਿਹੀ ਫਿਰ ਜਾਂਦੀ ਸੀ। ਇੱਕ ਦਾ ਹਾਸਾ ਸਾਰੀ ਸੰਗਤ ਨੂੰ ਖੁਸ਼ੀ ਦਾ ਹੁਲਾਰਾ ਦੇ ਜਾਂਦਾ ਸੀ। ਕਿ ਇਹ ਦੇਖੋ, ਕਹਿੰਦਾ ਖੁੱਲ੍ਹ ਕੇ ਹੱਸਣ ਦੇ ਕਿੰਨੇ ਲਾਭ ਸਨ। ਪੁਰਾਣੇ ਸਮਿਆਂ ਵਿੱਚ ਜਦੋਂ ਲੋਕ ਬੜਾ ਖੁੱਲ੍ਹ ਕੇ ਹੱਸਦੇ ਸਨ ਅਤੇ ਬੜੇ ਹੀ ਨਿਰੋਗ ਰਹਿੰਦੇ ਸਨ। ਕਹਿੰਦੇ ਜਦੋਂ ਖੁੱਲ੍ਹ ਕੇ ਹੱਸਦੇ ਸਨ, ਬਾਛਾਂ ਖੋਲ੍ਹ ਕੇ ਮਤਲਬ ਪੂਰਾ ਮੂੰਹ ਖੋਲ੍ਹ ਕੇ ਬਹੁਤ ਉੱਚੀ ਹੱਸਦੇ ਸਨ, ਤਾਂ ਇਹਦੇ ਨਾਲ ਕੀ ਹੁੰਦਾ ਹੈ, ਉੱਚੀ ਹੱਸਣ ਨਾਲ ਇੱਕ ਫੇਫੜਿਆਂ ਦੀ ਸਾਡੀ ਕਸਰਤ ਹੋ ਜਾਂਦੀ ਹੈ। ਫੇਫੜੇ ਮਤਲਬ ਸਾਡੇ ਜੋ ਲੰਗਸ ਹਨ ਉਹਨਾਂ ਵਿੱਚ ਇੱਕਦਮ ਹਵਾ ਭਰਦੀ ਹੈ ਅਤੇ ਉਹ ਬਾਹਰ ਆਉਂਦੀ ਹੈ ਹਵਾ, ਅਤੇ ਇਸ ਤਰ੍ਹਾਂ ਮਤਲਬ ਸਾਡੇ ਲੰਗਸ ਜਿਹੜੇ ਬੜੇ ਉਹ ਉਸ ਸਮੇਂ ਸਹੀ ਰਹਿੰਦੇ ਹਨ, ਇੱਕ ਕਸਰਤ ਹੋ ਜਾਂਦੀ ਹੈ, ਸਾਡਾ ਸਾਰਾ ਸਰੀਰ ਕਹਿੰਦਾ ਹਿੱਲ ਜਾਂਦਾ ਹੈ, ਕਿਉਂਕਿ ਜੋ ਹੱਸਣ ਦੇ ਨਾਲ ਵੀ ਜ਼ੋਰ ਲੱਗਦਾ ਹੈ। ਕਹਿੰਦਾ ਮੂੰਹ 'ਤੇ ਤਰੇਲੀ ਆ ਜਾਂਦੇ ਸੀ, ਅਤੇ ਜਿਸ ਤਰ੍ਹਾਂ ਜਿਹੜਾ ਸਾਡਾ ਉੱਚੀ ਉੱਚੀ ਕੋਈ ਹਾਸਾ ਸੁਣ ਰਿਹਾ ਹੁੰਦਾ ਸੀ ਅਤੇ ਅੱਗੋਂ ਵੇਖਣ ਵਾਲਾ ਜੋ ਹੈ ਉਹ ਵੀ ਬੜਾ ਖੁਸ਼ ਹੁੰਦਾ ਸੀ ਅਤੇ ਉਹ ਵੀ ਹੱਸਣਾ ਸ਼ੁਰੂ ਕਰ ਦਿੰਦਾ ਸੀ। ਇਸ ਤਰ੍ਹਾਂ ਚਾਰੇ ਪਾਸੇ ਲੋਕ ਜੋ ਹਨ ਹੱਸਦੇ ਰਹਿੰਦੇ ਸਨ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਸਨ। ਪਰ ਇਹੋ ਜਿਹਾ ਹਾਸਾ ਅੱਜ ਕੱਲ੍ਹ ਬਦਤਮੀਜ਼ੀ ਅਤੇ ਗਵਾਰਪੁਣੇ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਜੇ ਸਕੂਲ ਵਿੱਚ ਕਿਸੇ ਮੁੰਡੇ ਨੂੰ ਖੁੱਲ੍ਹ ਕੇ ਹਾਸਾ ਆ ਜਾਵੇ ਤਾਂ ਮਾਸਟਰ ਝੱਟੇ ਬੋਲ ਉੱਠਦਾ ਹੈ, ਓਏ ਹਿਣਕਦਾ ਕਿਉਂ ਹੈ। ਮਾਸਟਰ ਹੋਰਾਂ ਨੂੰ ਇਹ ਨਹੀਂ ਪਤਾ ਕਿ ਹਿਣਕਣਾ ਅਤੇ ਹੱਸਣਾ ਇੱਕੋ ਸ਼ਬਦ ਹਨ।
ਦਫ਼ਤਰਾਂ ਕਚਹਿਰੀਆਂ ਵਿੱਚ ਅਫਸਰ ਲੋਕ ਹਾਸੇ ਨੂੰ ਬੜੀ ਗੁਸਤਾਖੀ ਖਿਆਲ ਕਰਦੇ ਹਨ। ਇਹ ਵੇਖਿਆ ਹੈ ਕਿ ਬਹੁਤਾ ਹਾਸਾ ਬਚਪਨ ਅਤੇ ਜਵਾਨੀ ਵਿੱਚ ਆਉਂਦਾ ਹੈ। ਫਿਰ ਜਿਉਂ-ਜਿਉਂ ਉਮਰ ਵੱਧਦੀ ਜਾਂਦੀ ਹੈ, ਮੂੰਹ 'ਤੇ ਝੁਰੜੀਆਂ ਆਉਣ ਲੱਗਦੀਆਂ ਹਨ, ਤਿਉਂ-ਤਿਉਂ ਹੜਵਾਠਿਆਂ ਦੇ ਪੇਚ ਢਿੱਲੇ ਪੈਂਦੇ ਹਨ ਅਤੇ ਹਾਸੇ ਦੀ ਥਾਂ ਮੁਸਕਰਾਹਟ ਲੈ ਲੈਂਦੀ ਹੈ। ਹੜਵਾਠੇ ਭਾਵ ਇਹ ਸਾਡੇ ਜਿਹੜੇ ਜਬਾੜੇ ਹਨ, ਮੂੰਹ ਦੇ ਜੋ ਜਬਾੜੇ ਹਨ, ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਅਤੇ ਉਹ ਢਿੱਲੇ ਹੁੰਦੇ ਜਾਂਦੇ ਹਨ। ਇਸ ਕਰਕੇ ਅਸੀਂ ਫਿਰ ਜ਼ਿਆਦਾ ਜ਼ੋਰ ਦੀ ਨਹੀਂ ਹੱਸ ਸਕਦੇ ਅਤੇ ਉਹ ਫਿਰ ਹੌਲੀ ਜਿਹੀ ਹਾਸੇ ਦੀ ਥਾਂ ਮੁਸਕਰਾਹਟ, ਮਤਲਬ ਅਸੀਂ ਹੱਸ ਕੇ ਹੀ ਗੁਜ਼ਾਰਾ ਕਰ ਲੈਂਦੇ ਹਾਂ। ਹੁਣ ਇਹਦੇ 'ਚ ਕੀ ਦੱਸਿਆ ਹੈ ਕਿ ਪਹਿਲੇ ਸਮੇਂ ਵਿੱਚ ਤਾਂ ਲੋਕ ਬਹੁਤ ਉੱਚੀ ਉੱਚੀ ਖੁੱਲ੍ਹ ਕੇ ਹੱਸਦੇ ਸਨ ਅਤੇ ਕਹਿੰਦੇ ਅੱਜ ਕੱਲ੍ਹ ਜੋ ਹੈ ਜਿਹੜਾ ਬਹੁਤ ਉੱਚੀ ਹੱਸਦਾ ਹੋਵੇ ਅਤੇ ਉਸਨੂੰ ਬਦਤਮੀਜ਼ ਜਾਂ ਗਵਾਰ ਸਮਝਿਆ ਜਾਂਦਾ ਹੈ। ਕਹਿੰਦੇ ਸਕੂਲਾਂ ਵਿੱਚ ਵੀ ਜੇਕਰ ਬਹੁਤ ਜ਼ਿਆਦਾ ਕੋਈ ਉੱਚੀ ਹੱਸੇ ਤਾਂ ਮਾਸਟਰ ਜੋ ਹੈ ਉਸਨੂੰ ਕਹਿੰਦਾ ਹੈ ਕਿ ਇਸ ਤਰ੍ਹਾਂ ਨਾ ਹੱਸ, ਇਸ ਤਰ੍ਹਾਂ ਹਿਣਕੀਦਾ ਨਹੀਂ। ਅਤੇ ਮਤਲਬ ਕਹਿੰਦੇ ਜ਼ਿਆਦਾ ਹਾਸਾ ਜੋ ਸਾਨੂੰ ਹੈ ਬਚਪਨ ਦੇ ਵਿੱਚ ਜਾਂ ਫਿਰ ਜਵਾਨੀ ਦੇ ਵਿੱਚ ਹੀ ਆਉਂਦਾ ਹੈ। ਕਿਉਂਕਿ ਉਸ ਸਮੇਂ ਸਾਡਾ ਜੋ ਮੂੰਹ ਹੈ ਜਾਂ ਸਾਡੇ ਜਬਾੜੇ ਹਨ ਬੜੇ ਤਾਕਤਵਰ ਹੁੰਦੇ ਹਨ ਅਤੇ ਹੱਸਣ ਦੇ ਯੋਗ ਹੁੰਦੇ ਹਨ। ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਅਤੇ ਮੂੰਹ 'ਤੇ ਝੁਰੜੀਆਂ ਪੈ ਜਾਂਦੀਆਂ ਹਨ ਅਤੇ ਜਿਹੜੇ ਸਾਡੇ ਜਬਾੜੇ ਹਨ ਉਹ ਜ਼ਿਆਦਾ ਕੰਮ ਨਹੀਂ ਕਰ ਸਕਦੇ, ਅਸੀਂ ਉਹਨਾਂ ਦੀ ਜ਼ਿਆਦਾ ਇਲਾਜ ਲਾ ਨਹੀਂ ਸਕਦੇ, ਇਸ ਕਰਕੇ ਸਾਡੇ ਤੋਂ ਜ਼ਿਆਦਾ ਹੱਸਿਆ ਨਹੀਂ ਜਾਂਦਾ। ਅਤੇ ਜਿਵੇਂ ਸਮੁੰਦਰ ਦੇ ਵਿਚਕਾਰ ਬੜੀਆਂ ਬੜੀਆਂ ਛੂਕਦੀਆਂ ਲਹਿਰਾਂ ਦੇ ਉਛਾਲੇ ਆਉਂਦੇ ਹਨ, ਪਰ ਕੰਢੇ ਕੋਲ ਆ ਕੇ ਉਹ ਉਛਾਲੇ ਕੇਵਲ ਨਿੱਕੇ ਨਿੱਕੇ ਪਾਣੀ ਦੇ ਵੱਟੇ ਜਿਹੇ ਰਹਿ ਜਾਂਦੇ ਹਨ। ਤਿਵੇਂ ਹੀ ਮਨੁੱਖ ਜਵਾਨੀ ਵਿੱਚ ਗੱਜ ਕੇ ਹੱਸਦਾ ਹੈ, ਪਰ ਜਿਉਂ-ਜਿਉਂ ਉਸ ਦੀ ਉਮਰ ਮੌਤ ਦੇ ਕੰਢੇ ਵੱਲ ਵੱਧਦੀ ਹੈ ਤਿਉਂ-ਤਿਉਂ ਮਾੜੇ ਵੱਟੇ ਜਿਹੇ ਰਹਿ ਜਾਂਦੇ ਹਨ। ਸੰਸਾਰ ਦੇ ਇਤਿਹਾਸ ਵਿੱਚ ਵੀ ਸ਼ੁਰੂ ਵਿੱਚ ਹਾਸਾ ਵਧੇਰੇ ਸੀ, ਪਰ ਹੁਣ ਜਿਉਂ-ਜਿਉਂ ਸਮਾਂ ਗੁਜ਼ਰਦਾ ਜਾਂਦਾ ਹੈ ਤਿਉਂ-ਤਿਉਂ ਹਾਸੇ ਦੀ ਥਾਂ ਮੁਸਕਰਾਉਣਾ ਹੀ ਰਹਿ ਗਿਆ ਹੈ। ਕਹਿੰਦਾ ਜੋ ਮਨੁੱਖ ਹੈ ਜਵਾਨੀ ਵਿੱਚ ਜ਼ਿਆਦਾ ਹੱਸਦਾ ਹੈ, ਜਿਵੇਂ ਜਿਵੇਂ ਉਸਦੀ ਉਮਰ ਵੱਧਦੀ ਜਾਂਦੀ ਹੈ ਉਵੇਂ ਉਵੇਂ ਉਸਦਾ ਹਾਸਾ ਵੀ ਘੱਟ ਹੁੰਦਾ ਜਾਂਦਾ ਹੈ। ਅਤੇ ਅੱਜ ਕੱਲ੍ਹ ਤਾਂ ਵੈਸੇ ਹੀ ਲੋਕਾਂ ਦੇ ਵਿੱਚੋਂ ਜੋ ਹਾਸਾ ਹੈ ਬਿਲਕੁਲ ਖਤਮ ਹੋ ਗਿਆ ਹੈ। ਲੋਕ ਹੱਸਦੇ ਹੀ ਨਹੀਂ ਹਨ, ਉਹਨਾਂ ਕੋਲ ਟਾਈਮ ਹੀ ਨਹੀਂ ਹੈ ਨਾ ਕਿ ਉਹ ਬਹਿ ਕੇ ਵਿਹਲੀਆਂ ਗੱਲਾਂ ਕਰ ਸਕਣ ਜਾਂ ਫਿਰ ਉੱਚੀ ਉੱਚੀ ਹੱਸ ਸਕਣ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਸਕਣ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਕਿਸੇ ਦੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਹੈ, ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਹੈ। ਅਤੇ ਜੇ ਟਾਈਮ ਹੋਵੇ ਵੀ ਤਾਂ ਕੋਈ ਖੁਸ਼ ਨਹੀਂ ਹੁੰਦਾ ਕਿ ਅਸੀਂ ਕਿਸੇ ਦੇ ਨਾਲ ਬਹਿ ਕੇ ਇਸ ਤਰ੍ਹਾਂ ਹਾਸੇ ਮਜ਼ਾਕ ਦੀਆਂ ਗੱਲਾਂ ਕਰੀਏ। ਲੋਕ ਪਾਰਟੀਆਂ ਉੱਤੇ ਮਿਲਦੇ ਹਨ ਤਾਂ ਮੁਸਕਰਾਉਂਦੇ ਹਨ, ਸਗੋਂ ਮੁਸਕਰਾਉਣਾ ਇੰਨਾ ਵੱਧ ਗਿਆ ਹੈ ਕਿ ਬਹੁਤ ਸਾਰਾ ਦੰਭ ਹੀ ਹੁੰਦਾ ਹੈ। ਦੰਭ ਮਤਲਬ ਕਿ ਇੱਕ ਦਿਖਾਵਾ ਹੁੰਦਾ ਹੈ। ਕਹਿੰਦਾ ਲੋਕ ਪਾਰਟੀਆਂ ਵਿੱਚ ਮਿਲਦੇ ਹਨ ਅਤੇ ਮੁਸਕਰਾਉਂਦੇ ਹਨ, ਇੰਨੀ ਵੱਡੀ ਸਮਾਈਲ ਦਿੰਦੇ ਹਨ, ਪਰ ਅੰਦਰੋਂ ਇੱਕ ਦੂਜੇ ਨੂੰ ਭਾਵੇਂ ਉਹ ਗਾਲਾਂ ਹੀ ਦੇ ਰਹੇ ਹੋਣ, ਮਤਲਬ ਭਾਵ ਇੱਕ ਦੂਜੇ ਨੂੰ ਨਾ ਵੀ ਪਸੰਦ ਕਰਦੇ ਹੋਣ ਤਾਂ ਵੀ ਉਹ ਇੱਕ ਝੂਠਾ ਦਿਖਾਵਾ ਕਰਦੇ ਹਨ ਕਿ ਹਾਂ ਅਸੀਂ ਇੱਕ ਦੂਜੇ ਨੂੰ ਸਮਾਈਲ ਦੇ ਰਹੇ ਹਾਂ। ਦਿਲੋਂ ਭਾਵੇਂ ਆਦਮੀ ਕੁੜਦਾ ਹੀ ਹੋਵੇ, ਪਰ ਮਿਲਣ ਵੇਲੇ ਆਉਂ ਦੰਦੀਆਂ ਕੱਢ ਕੇ ਮਿਲਦਾ ਹੈ ਕਿ ਸਿੱਧੇ ਸਾਦੇ ਆਦਮੀ ਨੂੰ ਵੇਖ ਕੇ ਹਾਸਾ ਆ ਜਾਂਦਾ ਹੈ, ਪਰ ਵਿਚਾਰਾ ਆਸ-ਪਾਸ ਵੇਖ ਕੇ ਡਰਦੇ ਮਾਰੇ ਆਵਾਜ਼ ਨਹੀਂ ਕੱਢਦਾ, ਕਿਤੇ ਲੋਕੀ ਮੂਰਖ ਨਾ ਆਖਣ। ਪਾਰਟੀਆਂ ਵਿੱਚ ਤਾਂ ਭਲਾ ਬਹੁਤ ਆਦਮੀ ਹੁੰਦੇ ਹਨ, ਇਸ ਲਈ ਹੱਸਣਾ ਮਨਾ ਹੀ ਸਹੀ, ਪਰ ਅਨਰਥ ਇਹ ਹੈ ਕਿ ਬਾਹਰ ਬਾਜ਼ਾਰ ਵਿੱਚ ਜਾਂ ਰਾਹ ਪੈਂਡੇ ਜਿੱਥੇ ਇੱਕ ਦੋ ਸੱਜਣ ਆਪਣੇ ਮੇਲੀ ਮਿੱਤਰ ਹੀ ਮਿਲਣ, ਉੱਥੇ ਵੀ ਖਿੜਖਿੜਾ ਕੇ ਹੱਸਣੋਂ ਰੁਕਦੇ ਹਨ। ਹੁਣ ਇਹਦੇ ਵਿੱਚ ਕੀ ਕਿਹਾ ਗਿਆ ਹੈ ਪੈਰਾਗ੍ਰਾਫ ਦੇ ਵਿੱਚ ਕਿ ਕਹਿੰਦੇ ਪਾਰਟੀਆਂ ਵਿੱਚ ਤਾਂ ਚਲੋ ਮੰਨਿਆ ਕਿ ਬਹੁਤ ਸਾਰੇ ਲੋਕ ਹੁੰਦੇ ਹਨ ਅਤੇ ਜਿਸ ਕਰਕੇ ਉੱਚੀ ਉੱਚੀ ਹੱਸਣਾ ਜੋ ਹੈ ਅੱਛਾ ਨਹੀਂ ਲੱਗਦਾ, ਪਰ ਕਹਿੰਦਾ ਜੋ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਉਹ ਭਾਵੇਂ ਉਹ ਇੱਕ ਦੋ ਜਾਣੇ ਹੋਣ, ਦੋਸਤ ਹੋਣ, ਤਾਂ ਵੀ ਇੰਨਾ ਖਿੜਖਿੜਾ ਕੇ ਹੱਸਣਾ ਪਸੰਦ ਨਹੀਂ ਕਰਦੇ। ਹੁਣ ਕਿਉਂ ਨਹੀਂ ਹੱਸਦੇ ਇੰਨੀ ਉੱਚੀ, ਇਹਦਾ ਕਾਰਨ ਕੀ ਹੈ ਅਗਲੇ ਪੈਰਾਗ੍ਰਾਫ ਵਿੱਚ ਪੜ੍ਹਦੇ ਹਾਂ। ਕਹਿੰਦਾ ਇਸ ਦੇ ਦੋ ਕਾਰਨ ਹਨ। ਇੱਕ ਇਹ ਕਿ ਲੋਕਾਂ ਦੇ ਦਿਮਾਗ ਇੰਨੇ ਕਮਜ਼ੋਰ ਹੋ ਗਏ ਹਨ ਕਿ ਉੱਚੀ ਆਵਾਜ਼ ਸਹਿ ਹੀ ਨਹੀਂ ਸਕਦੇ, ਅਤੇ ਦੂਜਾ ਇਹ ਕਿ ਮੁਸਕਰਾਉਣਾ ਸਿਆਣਪ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ। ਜਦ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦਾ ਭਣਵੱਈਆ ਭਾਈ ਜੈ ਰਾਮ ਲੋਧੀ ਨਵਾਬ ਪਾਸ ਨੌਕਰੀ ਲਈ ਲਿਆਇਆ ਤਾਂ ਸਾਖੀ ਵਿੱਚ ਲਿਖਿਆ ਹੈ ਕਿ ਗੁਰੂ ਜੀ ਮੁਸਕਰਾਏ। ਇਹ ਵੇਖ ਕੇ ਨਵਾਬ ਕਹਿਣ ਲੱਗਾ, ਨਾਨਕ ਭਲਾ ਤੇ ਸਿਆਣਾ ਮਾਲੂਮ ਹੁੰਦਾ ਹੈ। ਹੋਰ ਵੀ ਵੱਡੇ ਵੱਡੇ ਪੀਰ ਪੈਗੰਬਰ ਲੋਕਾਂ ਦੀ ਮੂਰਖਤਾ ਨੂੰ ਵੇਖ ਕੇ ਜਾਂ ਮਨ ਦੀਆਂ ਡੂੰਘਾਈਆਂ ਤੋਂ ਨਿਕਲੇ ਹੋਏ ਗੁੱਝੇ ਵਿਗਾਸ ਦੇ ਕਾਰਨ
ਮੁਸਕਰਾਉਂਦੇ ਦੱਸੇ ਗਏ ਹਨ। ਇਸ ਲਈ ਲੋਕੀ ਵੀ ਸਿਆਣਾ ਤੇ ਗੰਭੀਰ ਅਖਵਾਉਣ ਦੇ ਚਾਅ 'ਚ ਮੁਸਕਰਾਉਣ ਦੀ ਆਦਤ ਪਾ ਰਹੇ ਹਨ। ਭਾਵ ਕਿ ਜੋ ਮੁਸਕਰਾਉਣ ਦੀ ਆਦਤ ਹੈ ਪੁਰਾਣੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੌਕਰੀ ਵਾਸਤੇ ਗਏ ਸਨ ਤਾਂ ਉੱਥੇ ਉਹਨਾਂ ਨੇ ਸਿਰਫ ਮੁਸਕਰਾਏ ਸੀ ਹਲਕਾ ਜਿਹਾ, ਅਤੇ ਜਿਸ ਨੂੰ ਵੇਖ ਕੇ ਉੱਥੋਂ ਦਾ ਜੋ ਨਵਾਬ ਸੀ ਕਹਿੰਦਾ ਕਿ ਬਹੁਤ ਹੀ ਭਲਾ ਮਹਿਸੂਸ ਹੁੰਦਾ ਹੈ, ਜੋ ਹੈ ਮਤਲਬ ਸਿਆਣਾ ਮਾਲੂਮ ਹੁੰਦਾ ਹੈ। ਅਤੇ ਇਸ ਤਰ੍ਹਾਂ ਜੋ ਹੈ ਲੋਕ ਆਪਣੇ ਆਪ ਨੂੰ ਸਿਆਣਾ ਖਵਾਉਣ ਦੇ ਚਾਅ ਦੇ ਵਿੱਚ ਹੱਸਣ ਦੀ ਬਜਾਏ, ਉੱਚੀ ਉੱਚੀ ਹੱਸਣ ਦੀ ਬਜਾਏ ਹਲਕਾ ਜਿਹਾ ਮੁਸਕਰਾਉਣਾ ਹੀ ਚੰਗਾ ਸਮਝਦੇ ਹਨ। ਅੱਗੇ ਕਹਿੰਦੇ ਕੋਈ ਦਿਨ ਆਵੇਗਾ ਕਿ ਹਾਸਾ ਸੰਸਾਰ ਤੋਂ ਬਿਲਕੁਲ ਲੋਪ ਹੋ ਜਾਵੇਗਾ। ਇਸ ਦੇ ਨਾਲ ਨਾਲ ਸਾਡੀ ਰਹਿਣੀ ਬਹਿਣੀ ਅਤੇ ਸਾਹਿਤ ਵਿੱਚੋਂ ਉੱਚੀ ਉੱਚੀ ਹਸਾਉਣ ਵਾਲੇ ਠੱਠੇ ਅਤੇ ਮਖੌਲ ਵੀ ਉੱਡ ਰਹੇ ਹਨ। ਨਿਰੀਆਂ ਬਰੀਕ ਬਰੀਕ ਮੁਸਕਰਾਉਣ ਵਾਲੀਆਂ ਗੱਲਾਂ ਵੱਧ ਰਹੀਆਂ ਹਨ। ਦੇਖੋ ਜੇਕਰ ਇਹੋ ਜਿਹੇ ਹਸਾਉਣ ਵਾਲੀਆਂ ਗੱਲਾਂ ਖਤਮ ਹੋ ਜਾਣਗੀਆਂ ਤਾਂ ਨੈਚੁਰਲੀ ਹੈ ਕਿ ਹਾਸਾ ਵੀ ਜੋ ਹੈ ਖਤਮ ਹੋ ਜਾਏਗਾ। ਅਤੇ ਜੇਕਰ ਇਸ ਤਰ੍ਹਾਂ ਹਾਸਾ ਕਿਉਂ, ਇਹ ਗੱਲਾਂ ਕਿਉਂ ਖਤਮ ਹੋ ਰਹੀਆਂ ਹਨ? ਕਿਉਂਕਿ ਜੋ ਹਨ ਲੋਕ ਜ਼ਿਆਦਾ ਉੱਚੀ ਹੱਸਣਾ ਪਸੰਦ ਨਹੀਂ ਕਰਦੇ। ਹਾਸੇ ਠੱਠੇ ਵਾਲੀਆਂ ਗੱਲਾਂ ਅਤੇ ਉੱਚੀ ਉੱਚੀ ਹਾਸੇ ਦਾ ਆਪਸ ਵਿੱਚ ਬੜਾ ਹੀ ਡੂੰਘਾ ਸੰਬੰਧ ਹੈ। ਜੇਕਰ ਅਜਿਹੀਆਂ ਗੱਲਾਂ 'ਤੇ ਲੋਕ ਉੱਚੀ ਉੱਚੀ ਠਾਕੇ ਮਾਰ ਕੇ ਹੱਸਣ ਨਾ ਤਾਂ ਫਿਰ ਅੱਗੋਂ ਗੱਲਾਂ ਸੁਣਾਉਣ ਵਾਲੇ ਨੂੰ ਕੋਈ ਮਜ਼ਾ ਨਹੀਂ ਆਉਂਦਾ। ਪਰ ਅੱਜ ਕੱਲ੍ਹ ਦੇ ਜੋ ਲੋਕ ਹਨ ਉਹ ਸਿਰਫ ਹਲਕੀ ਜਿਹੀ ਮੁਸਕਰਾਹਟ ਵਿੱਚ ਹੀ ਵਿਸ਼ਵਾਸ ਰੱਖਦੇ ਹਨ। ਇਸ ਕਰਕੇ ਕਹਿੰਦਾ ਹੌਲੀ ਹੌਲੀ ਸਮਾਂ ਪਾ ਕੇ ਸਾਰੀਆਂ ਗੱਲਾਂ ਜੋ ਹਨ ਹਾਸੇ ਠੱਠੇ ਵਾਲੀਆਂ ਅਲੋਪ ਹੋ ਜਾਣਗੀਆਂ। ਹਾਸੇ ਦੇ ਨਾਲ ਨਾਲ ਉੱਚਾ ਕੂਕਣ ਦੀ ਆਦਤ ਵੀ ਜਾਂਦੀ ਰਹੀ ਹੈ। ਨਾ ਹਾਸਾ ਤਾਂ ਖਤਮ ਹੋ ਹੀ ਗਿਆ ਹੈ, ਲੋਕਾਂ ਵਿੱਚ ਉੱਚਾ ਕੂਕਣਾ ਦੀ ਜੋ ਆਦਤ ਹੈ ਉਹ ਵੀ ਖਤਮ ਹੁੰਦੀ ਜਾ ਰਹੀ ਹੈ। ਤੁਸੀਂ ਪਿੰਡਾਂ ਵਿੱਚ ਵੇਖਿਆ ਹੋਣਾ ਹੈ ਕਿ ਕਿਵੇਂ ਇੱਕ ਬੱਕਰੀਆਂ ਚਾਰਨ ਵਾਲਾ ਆਜੜੀ ਇੱਕ ਢੱਕੀ ਉੱਤੇ ਖਲੋਤਾ ਹੋਇਆ ਦੂਜੀ ਢੱਕੀ ਉੱਤੇ ਭੱਜੀ ਜਾਂਦੀ ਬੱਕਰੀ ਦੇ ਪਿੱਛੇ ਵੱਟਾ ਵਾਹ ਕੇ ਜ਼ੋਰ ਦੀ ਚੀਕ ਲਾਉਂਦਾ ਹੈ। ਮਤਲਬ ਕਿ ਜੋ ਆਜੜੀ, ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਕਿਸ ਨੂੰ ਕਿਹਾ ਜਾਂਦਾ ਹੈ। ਆਜੜੀ ਹੁੰਦਾ ਹੈ ਜਿਹੜਾ ਆਦਮੀ ਭੇਡਾਂ ਨੂੰ ਚਰਾਉਂਦਾ ਹੈ, ਅਤੇ ਉਹ ਜੋ ਭੇਡਾਂ ਨੂੰ ਚਰਾਉਣ ਵਾਲਾ ਹੈ ਜਾਂ ਬੱਕਰੀਆਂ ਨੂੰ ਚਰਾਉਣ ਵਾਲਾ ਬੰਦਾ ਹੈ ਉਸਦੀ ਆਵਾਜ਼ ਬਹੁਤ ਉੱਚੀ ਹੁੰਦੀ ਹੈ। ਉਹ ਇੱਕ ਜਗ੍ਹਾ ਖੜਾ ਹੋ ਕੇ ਆਪਣੀਆਂ ਦੂਜੀ ਜਗ੍ਹਾ ਖੜੀਆਂ ਹੋਈਆਂ ਬੱਕਰੀਆਂ ਨੂੰ ਆਵਾਜ਼ਾਂ ਮਾਰ ਸਕਦਾ ਹੈ। ਇੰਨੀ ਜ਼ਿਆਦਾ ਉੱਚੀ ਉਸਦੀ ਆਵਾਜ਼ ਹੁੰਦੀ ਹੈ ਅਤੇ ਉਸਨੂੰ ਆਪਣੀ ਉੱਚੀ ਆਵਾਜ਼ ਦੇ ਉੱਤੇ ਬਹੁਤ ਹੀ ਮਾਣ ਹੁੰਦਾ ਹੈ ਕਿ ਮੈਂ ਬਹੁਤ ਉੱਚੀ ਬੋਲ ਸਕਦਾ ਹਾਂ। ਕਹਿੰਦਾ ਕਿ ਜਦ ਆਪਣੇ ਸਾਥੀ ਨੂੰ ਆਵਾਜ਼ ਮਾਰਦਾ ਹੈ ਤਾਂ ਲੋੜ ਤੋਂ ਵਧੇਕ ਅੱਜ ਵੀ ਉਸ ਤੱਕ ਪਹੁੰਚ ਜਾਵੇਗੀ, ਪਰ ਉਸਨੂੰ ਆਪਣੀ ਕੂਕ ਉੱਤੇ ਫਖਰ ਹੈ ਅਤੇ ਉਸਨੂੰ ਜ਼ੋਰ ਦੀ ਆਵਾਜ਼ ਵਿੱਚ ਇੱਕ ਅਨੋਖਾ ਰਸ ਲੱਭਦਾ ਹੈ ਜੋ ਕਮਰਿਆਂ ਦੇ ਅੰਦਰ ਬਹਿ ਕੇ ਕੁਸਮੁਸ ਕਰਨ ਵਾਲਿਆਂ ਨੂੰ ਮਾਲੂਮ ਨਹੀਂ ਹੋ ਸਕਦਾ। ਇਸ ਲਈ ਸਿੱਧੇ ਸਾਦੇ ਲੋਕ ਜਦ ਆਪਸ ਵਿੱਚ ਮਿਲਦੇ ਹਨ ਜਾਂ ਗੱਲਾਂ ਕਰਦੇ ਹਨ ਤਾਂ ਉਹ ਵੀ ਓਨਾ ਹੀ ਉੱਚਾ ਬੋਲਦੇ ਹਨ ਜਿੰਨੀ ਘੁੱਟ ਕੇ ਜੱਫੀ ਪਾਉਂਦੇ ਹਨ। ਮਤਲਬ ਕਿ ਜੋ ਆਜੜੀ ਹੈ ਬਹੁਤ ਉੱਚੀ ਆਵਾਜ਼ ਦਾ ਮਾਲਕ ਹੁੰਦਾ ਹੈ, ਉਸ ਦੀ ਆਵਾਜ਼ ਜੋ ਹੈ ਬਹੁਤ ਉੱਚੀ ਹੁੰਦੀ ਹੈ, ਅਤੇ ਜਦੋਂ ਉਹ ਆਪਣੇ ਸਾਥੀ ਨੂੰ ਆਵਾਜ਼ ਮਾਰਦਾ ਹੈ ਤਾਂ ਬਹੁਤ ਉੱਚੀ ਆਵਾਜ਼ ਮਾਰਦਾ ਹੈ, ਜਦ ਕਿ ਉਸਨੂੰ ਪਤਾ ਹੁੰਦਾ ਹੈ ਕਿ ਉਸਦੀ ਹੌਲੀ ਆਵਾਜ਼ ਮਾਰਨ ਦੇ ਨਾਲ ਵੀ ਉਸਦੇ ਸਾਥੀ ਨੂੰ ਸੁਣਾਈ ਦੇ ਜਾਏਗਾ, ਪਰ ਉਹ ਫਿਰ ਵੀ ਉੱਚੀ ਬੋਲਦਾ ਹੈ ਕਿਉਂਕਿ ਉਸਨੂੰ ਆਪਣੀ ਆਵਾਜ਼ 'ਤੇ ਬਹੁਤ ਮਾਣ ਹੁੰਦਾ ਹੈ। ਅਤੇ ਕਹਿੰਦਾ ਇਹ ਜੋ ਰਸ ਹੈ, ਆਪਣੀ ਉੱਚੀ ਆਵਾਜ਼ ਹੋਣ ਦਾ ਜੋ ਰਸ ਹੈ, ਕਹਿੰਦਾ ਉਸਨੂੰ ਉਹੀ ਮਹਿਸੂਸ ਕਰ ਸਕਦਾ ਹੈ ਜਿਸ ਨੇ ਉੱਚੀ ਆਵਾਜ਼ ਵਿੱਚ ਬੋਲਿਆ ਹੋਵੇ। ਜਿਹੜੇ ਕਮਰਿਆਂ ਵਿੱਚ ਬਹਿ ਕੇ ਹੌਲੀ ਹੌਲੀ ਬੋਲਦੇ ਹਨ ਉਹਨਾਂ ਨੂੰ ਇਸ ਰਸ ਦਾ ਪਤਾ ਨਹੀਂ ਹੁੰਦਾ। ਕਹਿੰਦੇ ਉਹ ਲੋਕ ਜਦੋਂ ਕਿਸੇ ਨੂੰ ਮਿਲਦੇ ਹਨ ਤਾਂ ਓਨਾ ਹੀ ਬਸ ਉੱਚਾ ਬੋਲਦੇ ਹਨ ਜਿੰਨਾ ਕੁ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾਉਂਦੇ ਹਨ। ਪਰ ਤਹਿਜ਼ੀਬ ਇਸ ਦੇ ਉਲਟ ਹੈ। ਨਵੀਂ ਰੌਸ਼ਨੀ ਦੇ ਵਧਣ ਨਾਲ ਮਨੁੱਖਾਂ ਦੀ ਆਵਾਜ਼ ਮੱਧਮ ਪੈ ਰਹੀ ਹੈ। ਡਾਕਟਰ ਟੈਗੋਰ ਵੀ ਬੜੀ ਹੌਲੀ ਹੌਲੀ ਸਪਤ ਪਤਾਲ ਕੀ ਬਾਣੀ ਹੀ ਬੋਲਦਾ ਸੀ। ਇਹੋ ਉਸ ਦੇ ਸਿਆਣੇ ਅਤੇ ਤਹਿਜ਼ੀਬ ਦੇ ਮਾਲਕ ਹੋਣ ਦੀ ਨਿਸ਼ਾਨੀ ਹੈ। ਕਾਲਜਾਂ, ਦਫ਼ਤਰਾਂ, ਕਲੱਬਾਂ ਵਿੱਚ ਜਿੰਨਾ ਚੁੱਪ ਰਹਿਣ 'ਤੇ ਜਾਂ ਹੌਲੀ ਬੋਲਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਓਨਾ ਕਿਸੇ ਹੋਰ ਗੱਲ ਉੱਤੇ ਨਹੀਂ। ਜਿਉਂ-ਜਿਉਂ ਸੰਸਾਰ ਤਰੱਕੀ ਕਰੀ ਜਾਂਦਾ ਹੈ ਤਿਉਂ-ਤਿਉਂ ਮਨੁੱਖ ਦੀ ਆਵਾਜ਼ ਮੱਧਮ ਪੈਂਦੀ ਜਾ ਰਹੀ ਹੈ। ਪੜ੍ਹਿਆ ਹੋਇਆ ਸਿੱਖਾਂ ਨੂੰ ਕਹੋ
ਖਾਂ ਜਰਾ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਛੱਡਣ, ਦੰਦਾਂ ਤੋਂ ਬਾਹਰ ਆਵਾਜ਼ ਨਹੀਂ ਨਿਕਲੇਗੀ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਜੈਕਾਰਿਆਂ ਦੇ ਜ਼ੋਰ ਦੇ ਨਾਲ ਹੀ ਥੋੜ੍ਹੇ ਜਿਹੇ ਸਿੱਖਾਂ ਨੇ ਦੁਸ਼ਮਣਾਂ ਦੀਆਂ ਠਾਠਾਂ ਮਾਰਦੀਆਂ ਫੌਜਾਂ ਨੂੰ ਕਈ ਘੰਟਿਆਂ ਤੱਕ ਰੋਕੀ ਰੱਖਿਆ ਸੀ। ਹੁਣ ਵੀ ਜੇ ਕਿਸੇ ਔਕੜ ਵਿੱਚ ਪਏ ਹੋਈਏ ਤਾਂ ਜਿਸ ਵੇਲੇ ਸਾਰੇ ਰਲ ਕੇ ਜ਼ੋਰ ਦਾ ਜੈਕਾਰਾ ਛੱਡਦੇ ਹਨ ਤਾਂ ਉਸ ਵਿੱਚ ਸਾਰੇ ਸਿੱਖ ਇਤਿਹਾਸ ਦੀ ਅਕਾਲੀ ਗੂੰਜ ਸੁਣਾਈ ਦਿੰਦੀ ਹੈ, ਜੋ ਕੰਬਦੇ ਦਿਲਾਂ ਨੂੰ ਤਕੜਾ ਕਰਦੀ ਹੈ ਅਤੇ ਢਹਿੰਦੀਆਂ ਕਲਾਂ ਤੋਂ ਚੜ੍ਹਦੀਆਂ ਕਲਾਂ ਵਿੱਚ ਬਦਲ ਦਿੰਦੀ ਹੈ। ਕੀ ਦੱਸਿਆ ਗਿਆ ਹੈ ਇਸ ਪੈਰਾਗ੍ਰਾਫ ਵਿੱਚ ਕਿ ਜੋ ਰਵਿੰਦਰ ਨਾਥ ਟੈਗੋਰ ਸਨ, ਉਹ ਵੀ ਕਹਿੰਦੇ ਬੜੀ ਹੌਲੀ ਹੌਲੀ ਹੀ ਬੋਲਦੇ ਸਨ ਔਰ ਇਸ ਹੌਲੇ ਬੋਲਣ ਨੂੰ ਹੀ ਉਹਨਾਂ ਨੇ ਤਹਿਜ਼ੀਬ ਕਿਹਾ ਹੈ। ਕਹਿੰਦੇ ਸਕੂਲਾਂ, ਕਾਲਜਾਂ, ਦਫ਼ਤਰਾਂ ਵਿੱਚ ਹਰ ਜਗ੍ਹਾ 'ਤੇ ਸਾਨੂੰ ਹੌਲੀ ਬੋਲਣ ਵਾਸਤੇ ਹੀ ਕਿਹਾ ਜਾਂਦਾ ਹੈ। ਕਹਿੰਦੇ ਜੋ ਇੱਕ ਅੱਜ ਕੱਲ੍ਹ ਦਾ ਜੋ ਪੜ੍ਹਿਆ ਲਿਖਿਆ ਸਿੱਖ ਹੋਏਗਾ ਉਹ ਇੱਕ ਬਹੁਤ ਉੱਚੀ ਜੈਕਾਰਾ ਨਹੀਂ ਲਗਾ ਸਕਦਾ। ਇਹ ਤਾਂ ਅਸੀਂ ਆਮ ਹੀ ਵੇਖਿਆ ਹੈ ਆਪਣੇ, ਜਿਸ ਤਰ੍ਹਾਂ ਕਈ ਜਗ੍ਹਾ 'ਤੇ ਵੇਖਿਆ ਜਾਂਦਾ ਹੈ ਕਿ ਜੋ ਜੈਕਾਰਾ ਲਗਾਉਣ ਵਾਲਾ ਇੱਕ ਬੰਦਾ ਬੇਸ਼ੱਕ ਉੱਚੀ ਜੈਕਾਰਾ ਲਗਾ ਵੀ ਦਿੰਦਾ ਹੈ, ਪਰ ਜੋ ਪਿੱਛੇ ਸੰਗਤ ਹੁੰਦੀ ਹੈ ਉਹ ਜ਼ਿਆਦਾ ਉੱਚਾ ਜੈਕਾਰਾ ਨਹੀਂ ਲਗਾਉਂਦੀ, ਕਿਉਂਕਿ ਸਾਰੇ ਜੋ ਹੈ ਬਹੁਤ ਹੀ ਹੌਲੀ ਹੌਲੀ ਬੋਲਦੇ ਹਨ। ਪਰ ਕਹਿੰਦਾ ਇਸ ਜੈਕਾਰਾ ਲਗਾਉਣ ਦੀ ਜੋ ਤਾਕਤ ਹੈ, ਬਹੁਤ ਵੱਡੀ ਤਾਕਤ ਮਿਲਦੀ ਹੈ। ਜਿੱਥੇ ਕਹਿੰਦਾ ਇਹ ਲੋਕ ਇੰਨੀ ਬਹੁਤ ਜ਼ਿਆਦਾ ਉੱਚੀ ਜੈਕਾਰਾ ਲਾਉਂਦੇ ਹਨ ਤਾਂ ਸਾਰੇ ਲੋਕਾਂ ਦੇ ਦਿਲ ਜੋ ਹੈ ਤਕੜੇ ਹੋ ਜਾਂਦੇ ਹਨ ਅਤੇ ਲੋਕ ਜੋ ਹਨ ਢਹਿੰਦੀਆਂ ਕਲਾਂ ਤੋਂ ਚੜ੍ਹਦੀਆਂ ਕਲਾਂ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਨ। ਭਾਵ ਕਿ ਜੋ ਜੈਕਾਰਾ ਹੈ ਉਹ ਉੱਚੀ ਆਵਾਜ਼ ਦੇ ਵਿੱਚ ਹੀ ਲਗਾਉਣਾ ਚਾਹੀਦਾ ਹੈ। ਇਹ ਤਾਂ ਸੀ ਇਸ ਪਾਠ ਦਾ ਸਾਰ। ਬਹੁਤ ਛੋਟਾ ਜਿਹਾ ਪਾਠ ਹੈ ਜਿਸ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਸਾਨੂੰ ਸਿਰਫ ਇਹੀ ਦੱਸਿਆ ਹੈ ਅੱਜ ਦੀ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਬੋਲ ਚਾਲ ਦੇ ਵਿੱਚ ਕੀ ਫ਼ਰਕ ਹੁੰਦਾ ਹੈ, ਹਾਸੇ ਠੱਠਿਆਂ ਦੇ ਵਿੱਚ ਕੀ ਫ਼ਰਕ ਹੁੰਦਾ ਹੈ, ਕਿ ਕਿਸ ਤਰ੍ਹਾਂ ਪੁਰਾਣੀ ਪੀੜ੍ਹੀ ਜੋ ਹੈ ਬਹੁਤ ਉੱਚੀ ਉੱਚੀ ਖਿੜਖਿੜਾ ਕੇ ਹੱਸਦੀ ਸੀ ਅਤੇ ਕੂਕਦੀ ਸੀ, ਅਤੇ ਅੱਜ ਕੱਲ੍ਹ ਦੇ ਜੋ ਨੌਜਵਾਨ ਹਨ ਜਾਂ ਅੱਜ ਕੱਲ੍ਹ ਦੀ ਜੋ ਪੜ੍ਹੀ ਲਿਖੀ ਪੀੜ੍ਹੀ ਹੈ ਉਹ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ ਅਤੇ ਬਿਲਕੁਲ ਮੁਸਕਰਾਉਣ, ਹਲਕੀ ਜਿਹੀ ਮੁਸਕਰਾਹਟ ਨੂੰ ਹੀ ਆਪਣਾ ਜੋ ਹੈ ਤਹਿਜ਼ੀਬ ਮੰਨਦੀ ਹੈ। ਅਤੇ ਇਹ ਕਿਤੇ ਨਾ ਕਿਤੇ ਪੁਰਾਣੇ ਸਮੇਂ ਤੋਂ ਇਹ ਧਾਰਨਾ ਕਈਆਂ ਲੋਕਾਂ ਦੇ ਮਨਾਂ ਵਿੱਚ ਆ ਗਈ ਸੀ। ਜਿਸ ਤਰ੍ਹਾਂ ਰਵਿੰਦਰ ਨਾਥ ਟੈਗੋਰ ਜੀ ਹਨ, ਇਹ ਵੀ ਆਪਣੇ ਮਤਲਬ ਹਲਕਾ ਹੱਸਣ ਨੂੰ, ਮੁਸਕਰਾਉਣ ਨੂੰ ਹੀ ਤਹਿਜ਼ੀਬ ਕਹਿੰਦੇ ਸਨ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਵੀ ਜਦੋਂ ਉਹ ਹਲਕਾ ਜਿਹਾ ਮੁਸਕਰਾਏ ਸਨ ਤਾਂ ਸੁਲਤਾਨਪੁਰ ਦੇ ਨਵਾਬ ਨੇ ਉਹਨਾਂ ਨੂੰ ਬਹੁਤ ਸਿਆਣਾ ਆਖਿਆ ਸੀ। ਭਾਵ ਇਹ ਹੈ ਕਿ ਜਿਵੇਂ ਜਿਵੇਂ ਸੰਸਾਰ ਤਰੱਕੀ ਕਰਦਾ ਜਾ ਰਿਹਾ ਹੈ ਅਤੇ ਲੋਕਾਂ ਦੇ ਮੁਸਕਰਾਉਣ ਦੇ ਜੋ ਤਰੀਕੇ ਹਨ ਉਹ ਬਦਲ ਰਹੇ ਹਨ। ਖੁੱਲ੍ਹ ਕੇ ਹੱਸਣਾ ਕੋਈ ਵੀ ਨਹੀਂ ਚਾਹੁੰਦਾ, ਕਿਉਂਕਿ ਉਹ ਇਹ ਨਹੀਂ ਚਾਹੁੰਦੇ ਕਿ ਲੋਕ ਉਹਨਾਂ ਨੂੰ ਗਵਾਰ ਕਹਿਣ। ਟਿੱਪਣੀ ਪੜ੍ਹਦੇ ਹਾਂ। ਕਹਿੰਦੇ ਪ੍ਰਿੰਸੀਪਲ ਤੇਜਾ ਸਿੰਘ ਨੇ ਇਸ ਸੰਬੰਧ ਵਿੱਚ ਸਧਾਰਨ ਜਿਹੇ ਵਿਸ਼ੇ ਹੱਸਣਾ ਦੇ ਕਈ ਪੱਖ ਉਜਾਗਰ ਕੀਤੇ ਹਨ। ਹੱਸਣ ਦੀ ਆਵਾਜ਼ ਦਾ ਸੰਬੰਧ ਉਸਨੇ ਖੁੱਲ੍ਹਦਿਲੀ ਵਾਲੇ ਵਿਅਕਤੀਤਵ ਨਾਲ ਜੋੜਿਆ ਹੈ। ਕਹਿੰਦੇ ਜੋ ਖੁੱਲ੍ਹਦਿਲ ਲੋਕ ਹੁੰਦੇ ਹਨ, ਖੁੱਲ੍ਹਦਿਲੇ ਹੁੰਦੇ ਹਨ, ਉਹੀ ਖੁੱਲ੍ਹਾ ਹੱਸਦੇ ਹਨ। ਬਚਪਨ ਅਤੇ ਜਵਾਨੀ ਵਿੱਚ ਜਿੱਥੇ ਹਾਸੇ ਨਾਲ ਸੰਬੰਧਿਤ ਹਨ ਉੱਥੇ ਬੁਢਾਪਾ ਕੇਵਲ ਮੁਸਕਰਾਹਟ ਨਾਲ। ਐਵੇਂ ਹੀ ਹੱਸਣ ਅਤੇ ਕੂਕਣ ਨੂੰ ਤਹਿਜ਼ੀਬ ਵਿੱਚ ਥਾਂ ਨਹੀਂ ਮਿਲੀ, ਉੱਥੇ ਮੁਸਕਰਾਉਣਾ ਹੀ ਠੀਕ ਸਮਝਿਆ ਜਾਂਦਾ ਹੈ। ਲੇਖਕ ਅਨੁਸਾਰ ਹੱਸਣਾ ਅਤੇ ਕੂਕਣਾ ਮਨ ਦੀ ਸੱਚਾਈ ਨੂੰ ਪ੍ਰਗਟ ਕਰਦਾ ਹੈ, ਜਦ ਕਿ ਮੁਸਕਰਾਹਟ ਵਿੱਚ ਬਹੁਤੀ ਵਾਰੀ ਝੂਠ ਹੀ ਛੁਪਿਆ ਹੁੰਦਾ ਹੈ। ਕਹਿੰਦੇ ਜਦੋਂ ਅਸੀਂ ਖੁੱਲ੍ਹ ਕੇ ਹੱਸਦੇ ਹਾਂ ਤਾਂ ਉਸ ਵਿੱਚ ਕੋਈ ਝੂਠ ਜੋ ਹੈ ਨਹੀਂ ਛਿਪਿਆ ਹੁੰਦਾ, ਅਤੇ ਮੁਸਕਰਾਹਟ ਦਾ ਕਹਿੰਦਾ ਕਈ ਵਾਰ ਬਹੁਤ ਸਾਰੇ ਦਿਖਾਵੇ ਕਰਦੀ ਹੈ। ਕਹਿੰਦੇ ਜਿਸ ਵਿਅਕਤੀ ਨੂੰ ਅਸੀਂ ਨਹੀਂ ਵੀ ਚਾਹੁੰਦੇ ਹੋਈਏ ਤਾਂ ਵੀ ਅਸੀਂ ਉਹਦੇ ਅੱਗੇ ਹਲਕੀ ਜਿਹੀ ਮੁਸਕਰਾਹਟ ਤਾਂ ਐਟਲੀਸਟ ਪੇਸ਼ ਕਰ ਹੀ ਦਿੰਦੇ ਹਾਂ, ਜਿਸ ਨਾਲ ਦੇਖਣ ਵਾਲੇ ਨੂੰ ਬੁਰਾ ਨਾ ਲੱਗੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ, ਟੈਗੋਰ ਜਾਂ ਹੋਰ ਮਹਾਨ ਵਿਅਕਤੀਆਂ ਨੇ ਧੀਮੀ ਸੁਰ ਵਾਲੇ, ਤਹਿਜ਼ੀਬ ਵਾਲੇ ਵਿਅਕਤੀਆਂ ਵਜੋਂ ਗਿਣਿਆ ਗਿਆ ਹੈ, ਪਰ ਉੱਚੀ ਸੁਰ ਦੇ ਹੱਕ ਵਿੱਚ ਵੀ ਉਹ ਬੇਬਾਕ ਆਜੜੀ ਜਾਂ ਖਾਲਸਾਈ ਫੌਜਾਂ ਦੀ ਉਦਾਹਰਨਾਂ ਦਿੰਦਾ ਹੈ। ਲਘੂ ਆਕਾਰੀ ਲੇਖ ਵਿੱਚ ਲੇਖਕ ਨੇ ਇਤਿਹਾਸ, ਜੀਵਨ ਦਰਸ਼ਨ ਦੇ ਅੰਗ ਸੰਗ ਰੱਖਿਆ ਹੈ। ਸ਼ੈਲੀ ਨੂੰ ਬੋਲਚਾਲ ਜਾਂ ਵਰਤੋਂ ਵਿਹਾਰ ਦੇ ਖੇਤਰ ਨਾਲ ਜੋੜੀ ਰੱਖਿਆ ਹੈ। ਇਸ ਕਰਕੇ ਪੂਰਾ ਲੇਖ ਇੱਕ ਇਕਾਈ ਵਾਲੀ ਰਵਾਨੀ ਨਾਲ ਗਤੀ ਕਰਦਾ ਹੈ। ਮਤਲਬ ਇਹ ਲਘੂ ਲੇਖ ਹੈ। ਲਘੂ ਲੇਖ ਤੋਂ ਬਾਅਦ ਜਿਹੜੇ ਛੋਟੇ ਲੇਖ ਹੁੰਦੇ ਹਨ, ਇਹ ਛੋਟਾ ਲੇਖ ਹੈ, ਪਰ ਫਿਰ ਵੀ ਇਸ ਛੋਟੇ ਜਿਹੇ ਲੇਖ ਵਿੱਚ ਵੀ ਸਾਨੂੰ ਉਹਨਾਂ ਨੇ ਬੜੀ ਵੱਡੀ ਪ੍ਰੇਰਨਾ ਦਿੱਤੀ ਹੈ
ਕਿ ਹੱਸਣਾ ਸਾਨੂੰ ਖੁੱਲ੍ਹ ਕੇ ਹੀ ਚਾਹੀਦਾ ਹੈ। ਖੁੱਲ੍ਹ ਕੇ ਹੱਸਣ ਦੇ ਬੜੇ ਲਾਭ ਹਨ। ਇਸ ਦੇ ਨਾਲ ਸਾਡੇ ਜਿਹੜੇ ਫੇਫੜੇ ਹਨ ਉਹ ਸਹੀ ਰਹਿੰਦੇ ਹਨ, ਖੂਨ ਦਾ ਸੰਚਾਰ ਜੋ ਹੈ ਸਹੀ ਰਹਿੰਦਾ ਹੈ ਅਤੇ ਅਸੀਂ ਸਰੀਰਕ ਪੱਖੋਂ, ਸਿਹਤ ਪੱਖੋਂ ਨਿਰੋਗ ਰਹਿੰਦੇ ਹਾਂ। ਅਤੇ ਇਸੀ ਪਾਠ ਦਾ ਸਾਰ ਹੱਸਣਾ ਅਤੇ ਕੂਕਣਾ ਦਾ ਇਸ ਦੇ ਨਾਲ ਸੰਬੰਧਿਤ ਜੋ ਅਸਾਈਨਮੈਂਟ ਹੈ ਉਹ ਕਰਕੇ ਭੇਜੋਗੇ। ਧੰਨਵਾਦ।